ਤੇ ਮਾਲਕ ਨੇ ਜਾਂ ਕਿਸੇ ਦੀਗਰ ਬੰਦੇ ਨੇ ਇਹਦੇ ਨਾਲ ਗਲੇ ਤੇ ਛੁਰੀ ਚਲਾਤੀ। ਉਹਨੇ ਕਿਹਾ ਕਿ ਮੈਂ ਪੱਖਾ ਚਲਾ ਕੇ ਸੌਣਾ, ਇਹਨੇ ਕਿਹਾ ਨਹੀਂ ਹਾਲੇ ਸਰੇ ਦਸਤ ਨਹੀਂ ਇੱਦਾਂ ਦਾ ਮੌਸਮ ਹੈ, ਪੱਖਾ ਚਲਾਇਆ ਜਾਵੇ। ਰਾਤ ਨੂੰ ਇਸੇ ਗੁੱਸੇ ਦੇ ਵਿੱਚ ਆਈ ਹੈ, ਇਹਨੇ ਉਹਦੇ ਗਲੇ ਤੇ ਛੁਰੀ ਫੇਰੀ ਹੈ। ਘਰੇਲੂ ਮੁਲਾਜ਼ਮਾਂ ਦੇ ਗਲੇ ਤੇ ਛੁਰੀ ਚਲਾ ਦਿੱਤੀ। ਘਰੇਲੂ ਮੁਲਾਜ਼ਮਾਂ ਦੀ ਗਲੇ ਤੇ ਛੁਰੀ ਕਿਉਂ ਚਲਾਈ, ਇਹਦੀ ਅਸਲ ਕਹਾਣੀ ਕੀ ਹੈ? ਮੈਂ ਆ ਮੌਜ਼ਮ ਜੱਟ ਤੇ ਤੁਸੀਂ ਵੇਖ ਰਹੇ ਹੋ ਜੁਰਮ ਕਹਾਣੀ। ਫੈਸਲਾਬਾਦ ਬੜਾ ਅਫਸੋਸਨਾਕ ਵਾਕਿਆ ਪੇਸ਼ ਆਇਆ ਸੀਗਾ ਕਿ ਘਰੇਲੂ ਮੁਲਾਜ਼ਮਾਂ ਦੇ ਗਲੇ ਤੇ ਛੁਰੀ ਫੇਰ ਦਿੱਤੀ ਸੀ। ਇਹਦੀ ਕੀ ਕਹਾਣੀ ਆ? ਮੈਂ ਇਸ ਵਕਤ ਥਾਣਾ ਸਦਰ ਦੇ ਵਿੱਚ ਮੌਜੂਦ ਹਾਂ ਔਰ ਮੇਰੇ ਨਾਲ ਮੁਹੰਮਦ ਅਲੀ SHO ਸਾਹਿਬ ਮੌਜੂਦ ਨੇ। ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ ਮੈਨੂੰ ਇਹ ਦੱਸਿਓ ਕਿ ਇਹ ਜਿਹੜੀ ਖਬਰ ਚੱਲੀ ਸੀ ਕਿ ਜਿਹਦੇ ਵਿੱਚ ਕਿਹਾ ਜਾਂਦਾ ਸੀ ਘਰ ਦੇ ਵਿੱਚ ਕੰਮ ਕਰਨ ਵਾਲੀ ਕੁੜੀ ਸੀਗੀ, ਉਹਦੇ ਗਲੇ ਤੇ ਛੁਰੀ ਫੇਰ ਦਿੱਤੀ ਸੀ। ਇਹਦੇ ਵਿੱਚ ਕਿਹਨੇ ਮਾਲਕ ਨੇ ਛੁਰੀ ਫੇਰੀ ਸੀ, ਕਿਹਨੇ ਫੇਰੀ ਸੀ ਔਰ ਇਹਦੀ ਕੀ ਕਹਾਣੀ ਅਸਲ? ਹਾਂਜੀ, अस्सलाम वालेकुम। इब्तदाई तौर पे जो सानू पता चलिया कि एक 17-18 साल की लड़की है ਜਿਹੜੀ ਮਜ਼ਰੂਬੀ ਹਾਲਤ ਦੇ ਵਿੱਚ ਲਾਈਟ ਹਸਪੀਟਲ ਆਈ ਹੈ ਔਰ ਇਹਦੇ ਬਾਰੇ 'ਚ ਇਨਫੋਰਮੇਸ਼ਨ ਇਹ ਸੀ ਕਿ ਇਹਦੇ ਮਾਲਕ ਨੇ ਜਾਂ ਕਿਸੇ ਦੀਗਰ ਬੰਦੇ ਨੇ ਇਹਦੇ ਨਾਲ ਗਲੇ ਤੇ ਛੁਰੀ ਚਲਾਤੀ ਹੈ। ਫੌਰੀ ਤੌਰ 'ਤੇ ਜਦੋਂ ਅਸੀਂ ਲਾਈਟ ਹਸਪੀਟਲ ਪਹੁੰਚੇ ਹਾਂ, ਉਹਨੂੰ ਟੇਕਅਪ ਕੀਤਾ ਹੈ, ਉਹਨੂੰ ਫਸਟ ਏਡ ਤੋਂ ਬਾਅਦ ਜਦੋਂ ਉਹਦਾ ਇਨੀਸ਼ੀਅਲ ਸਟੇਟਮੈਂਟ ਲਈ ਹੈ, ਉਹਨੇ ਦੱਸਿਆ ਕਿ ਮੈਂ ਔਰ ਮੇਰੇ ਨਾਲ ਦੀ ਜਿਹੜੀ ਆ ਦੀਗਰ ਉਸ ਘਰ ਦੀ ਨੌਕਰਾਨੀ ਸੀ, ਉਹ ਦੋਨੇ ਇੱਕ ਕਮਰੇ ਦੇ ਵਿੱਚ ਜਿਹੜੀਆਂ ਇਕੱਠੀਆਂ ਰੂਟੀਨ ਦੇ ਵਿੱਚ ਸੌਂਦੀਆਂ। ਲਾਸਟ ਨਾਈਟ ਜਿਹੜਾ ਵਾ ਉਹ ਇੰਝ ਹੋਇਆ ਕਿ ਕਿਉਂਕਿ ਤੁਹਾਨੂੰ ਪਤਾ ਸਰਦੀ ਜਾ ਰਹੀ ਹੈ, ਗਰਮੀਆਂ ਦੇ ਦਿਨ ਆ ਰਹੇ ਨੇ ਜੀ ਔਰ ਉਹਦੀ ਜਿਹੜੀ ਨਾਲ ਦੀ ਉਹਨੇ ਕਿਹਾ ਕਿ ਮੈਂ ਪੱਖਾ ਚਲਾ ਕੇ ਸੌਣਾ, ਇਹਨੇ ਕਿਹਾ ਨਹੀਂ ਹਾਲੇ ਸਰੇ ਦਸਤ ਨਹੀਂ ਇੱਦਾਂ ਦਾ ਮੌਸਮ ਹੈ, ਪੱਖਾ ਚਲਾਇਆ ਜਾਵੇ। ਐਸੀ ਗੱਲ ਤੋਂ ਉਹਨਾਂ ਦੀ ਖੈਰ ਬਖੈਰ ਹੋ ਗਈ। ਉਹ ਜਿਹੜੀ ਬੱਚੀ ਆ ਉਹ ਇਸੇ ਕਮਰੇ ਦੇ ਵਿੱਚ ਪਈ ਰਹੀ, ਜਦਕਿ ਜਿਹੜੀ ਮਜ਼ਲੂਬ ਹੋਣ ਵਾਲੀ ਬੱਚੀ ਆ ਉਹ ਦੀਗਰ ਕਮਰੇ ਦੇ ਵਿੱਚ ਚਲੀ ਗਈ, ਉੱਥੇ ਜਾ ਕੇ ਲੇਟ ਗਈ। ਇਹ ਰਾਤ ਨੂੰ ਇਸੇ ਗੁੱਸੇ ਦੇ ਵਿੱਚ ਆਈ ਹੈ, ਇਹਨੇ ਉਹਦੇ ਗਲੇ ਤੇ ਛੁਰੀ ਫੇਰੀ ਹੈ ਔਰ ਛੁਰੀ ਮੁੜ ਕੇ ਉਹਦੇ ਹੱਥ ਦੇ ਵਿੱਚ ਪਕੜਾ ਕੇ ਵਾਪਸ ਜਾ ਕੇ ਆਪਣੇ ਕਮਰੇ 'ਚ ਲੇਟ ਗਈ। ਇਹਨੂੰ ਜਦੋਂ ਦਰਦ ਥੋੜ੍ਹੀ ਦੇਰ ਤੋਂ ਬਾਅਦ ਮਹਿਸੂਸ ਹੋਈ ਹੈ, ਉੱਠੀ ਹੈ, ਉੱਠ ਕੇ ਇਹਨੇ ਫਿਰ ਉੱਥੇ ਆਹੋ ਬਕਾ ਚੀਖੋ ਪੁਕਾਰ ਕੀਤੀ ਹੈ। ਉਹ ਸਾਰੇ ਘਰ ਵਾਲੇ ਉੱਠੇ ਨੇ, ਉਹ ਵੀ ਉੱਠੀ ਆ, ਅਤੇ ਆ ਕੇ ਜਿੱਦਾਂ ਉਹਨੇ ਅਣਦੇਖਾ ਜਾਂ ਇੱਦਾਂ ਦਾ ਮਾਮਲਾ ਹੁੰਦਾ, ਇਹਨੂੰ ਫਿਰ ਲੈ ਕੇ ਗਏ ਨੇ ਹਸਪੀਟਲ। ਉਹ ਮੁੜ ਕੇ ਹਸਪੀਟਲ ਤੋਂ ਅੱਗੇ ਤੁਹਾਨੂੰ ਸਟੋਰੀ ਸਾਰੀ ਦੱਸਦੀ। ਜੀ ਉਹ ਜਦੋਂ ਜਿਹੜੀ ਬੱਚੀ ਹਮਲਾਵਰ ਸੀਗੀ ਜਾਂ ਜਿਹਨੇ ਸਾਰਾ ਕੰਮ ਕੀਤਾ, ਉਹਦੇ ਕੋਲ ਅਸੀਂ ਪੁੱਛਿਆ ਤੇ ਉਹਨੇ ਇਸੇ ਛੁਰੀ ਨਾਲ ਜਿਹੜਾ ਵਾ ਅਰਸਾ ਤਕਰੀਬਨ 1 ਮਾਹ ਕਬਲ ਆਪਣੇ ਸਿਰ ਨੂੰ ਵੀ ਮਜ਼ਰੂਬ ਕੀਤਾ, ਜਿਹਨੂੰ 4 ਟਾਂਕੇ ਲੱਗੇ ਸੀ। ਹੁਣ ਤੁਸੀਂ ਵੇਖ ਲਓ ਕਿ ਇੱਕੋ ਹੀ ਛੁਰੀ ਆ, ਉਹ ਇੱਕ ਲੜਕੀ ਆਪਣੇ ਆਪ ਨੂੰ ਮਜ਼ਰੂਬ ਕਰਦੀ ਪਈ। ਜਦੋਂ ਉਹਦੇ ਕੋਲ ਪੁੱਛਿਆ ਕਿ ਕਿਉਂ ਆਪਣੇ ਸਿਰ ਤੇ ਛੁਰੀ ਮਾਰੀ ਸੀ, ਉਹਨੇ ਕਿਹਾ ਬਾਜ਼ ਔਕਾਤ ਮੇਰਾ ਨਾ BP ਦਾ ਇਸ਼ੂ ਬਣਦਾ, ਮੇਰਾ ਆਪਣੇ ਆਪ 'ਤੇ ਕਾਬੂ ਨਹੀਂ ਰਹਿੰਦਾ, ਅਤੇ ਫਿਰ ਮੈਂ ਜਿਹੜਾ ਉਹਨਾਂ ਇਹ ਇੰਤਹਾਈ ਕਦਮ ਚੁੱਕਿਆ। ਯਾਨੀ ਸਿਰ 'ਤੇ ਛੁਰੀ ਮਾਰਨਾ ਆਮ ਕੰਮ ਤੇ ਕੋਈ ਨਹੀਂ। ਇਟ ਮੀਨਸ ਉਹ ਸ਼ੋਅ ਕਰਦਾ ਹੈ ਕਿ ਅਗਰ ਉਹ ਆਪਣੇ ਮਾਰ ਸਕਦੀ ਹੈ, ਉਹ ਕਿਸੇ ਦੇ ਵੀ ਮਾਰ ਸਕਦੀ ਹੈ। ਅਤੇ ਸਭ ਤੋਂ ਪਹਿਲਾਂ ਤਾਂ ਅਸੀਂ ਉੱਥੇ ਮੌਕੇ 'ਤੇ ਛੁਰੀ ਪਕੜੀ ਹੈ ਜਿਹੜੀ ਬਾਰ-ਬਾਰ ਵੱਜਦੀ ਹੈ, ਉਹ ਕਬਜ਼ਾ ਪੁਲਿਸ ਦੇ ਵਿੱਚ ਲਈ। ਉਸ ਤੋਂ ਬਾਅਦ ਫਿਰ ਉਹਦੇ ਖਿਲਾਫ ਐਜ਼ ਪਰ ਲਾ ਜਿਹੜਾ ਐਕਸ਼ਨ ਬਣਦਾ ਸੀ, ਜਿਹੜੀ ਕਾਰਵਾਈ ਬਣਦੀ ਸੀ, ਉਹਨੂੰ ਫਿਰ ਉਹ। ਅੱਛਾ, ਮੈਂ ਮਤਲਬ ਮੈਂ ਅਕਸਰ ਵਾਕਿਆ ਫੈਸਲਾਬਾਦ ਵਿੱਚ ਹੁੰਦੇ ਘਰੇਲੂ ਮੁਲਾਜ਼ਮਾਂ ਤੇ ਨਾਲ ਤਸ਼ੱਦਦ ਕਰਕੇ ਕੁਝ ਨੂੰ ਮਾਰ ਦਿੰਦੇ ਨੇ ਜਾਂ ਅਕਸਰ ਇਸ ਤਰ੍ਹਾਂ ਦੇ ਵਾਕਿਆਤ ਆਉਂਦੇ ਨੇ। ਇਹ ਵੀ ਕੀ ਮਾਲਕ ਦਾ ਵੀ ਕੋਈ ਤਸ਼ੱਦਦ ਵਿੱਚ ਹੈ, ਕੋਈ ਮਾਲਕ ਦਾ ਵੀ ਵਿੱਚ ਹੱਥ ਹੈ ਕਿ ਜਿਹੜਾ ਉਹਦੀ ਘਰ ਦੀ ਮਾਲਕਨ ਜਾਂ ਜਿਹੜਾ ਮਾਲਕ ਆ ਉਹਦਾ ਵੀ ਵਿੱਚ ਕੋਈ ਰੋਲ ਹੈ, ਉਹਨੇ ਵੀ ਕੋਈ ਬੱਚਿਆਂ ਨੂੰ ਮਾਰਿਆ ਜਾਂ ਕੋਈ ਇਸ ਤਰ੍ਹਾਂ ਦੇ ਕੋਈ ਮਾਮਲਾ ਹੈ ਵਿੱਚ? ਨਹੀਂ, ਸਰੇ ਦਸਤ ਇਹ ਹੁਸਨ ਮਾਮਲਾ ਇੱਦਾਂ ਦੇ ਹੁੰਦੇ ਨੇ ਸਾਡੇ ਆਲੇ ਦੁਆਲੇ ਵੇਅਰ ਅਬਾਊਟਸ ਦੇ ਵਿੱਚ, ਲੇਕਿਨ ਉਹ ਮਾਲਕ ਇਸ ਬੱਚੇ ਨੂੰ ਲੈ ਕੇ ਕਿਸੇ ਦੀਗਰ ਹਸਪੀਟਲ ਜਾ ਸਕਦਾ ਸੀ, ਕਿਸੇ ਪ੍ਰਾਈਵੇਟ ਹਸਪੀਟਲ ਤੋਂ ਟ੍ਰੀਟਮੈਂਟ ਕਰਵਾ ਸਕਦਾ ਸੀ। ਅਗਰ ਉਹਦੀ ਮਿਲੀ ਭਗਤ ਹੁੰਦੀ, ਉਹਨੂੰ ਸਰਕਾਰੀ ਹੀ ਹਸਪੀਟਲ ਨਾਲ ਲੈ ਕੇ ਜਾਂਦਾ, ਕਿਉਂਕਿ ਉਹਨਾਂ ਨੂੰ ਵੀ ਪਤਾ ਵਾ, ਬਲਕਿ ਹਰ ਬੰਦਾ ਜਿਹੜਾ ਸ਼ਊਰ ਰੱਖਦਾ ਹੈ ਉਹਨੂੰ ਪਤਾ ਹੈ ਕਿ ਜਦੋਂ ਵੀ ਇੱਦਾਂ ਦਾ ਕੈਜੁਅਲਟੀ ਜਾਂ ਇੱਦਾਂ ਦਾ ਕੋਈ ਮਾਮਲਾ ਹੁੰਦਾ ਹੈ, ਉਹਨੂੰ ਸਰਕਾਰੀ ਹਸਪੀਟਲ ਅਸੀਂ ਲੈ ਕੇ ਜਾਂਦੇ। ਉੱਥੇ ਦੀਗਰ ਰਿਪੋਰਟਿੰਗ ਏਜੰਸੀਜ਼ ਹੁੰਦੀਆਂ ਜਿਹੜੀਆਂ ਫੌਰੀ ਤੌਰ 'ਤੇ ਉਹਨੂੰ ਟੇਕਅਪ ਕਰਦੀਆਂ, ਰਿਪੋਰਟਿੰਗ ਕਰਦੀਆਂ ਔਰ ਕਾਰਵਾਈ ਜ਼ਾਬਤਾ ਕਰਦੀਆਂ। ਜੀ ਬਹੁਤ ਸ਼ੁਕਰੀਆ। ਲੋ ਜਨਾਬ, ਤੁਸੀਂ ਵੇਖਿਆ ਕਿ ਫੈਸਲਾਬਾਦ ਜਿਹੜਾ ਸਤਿਆਨਾ ਰੋਡ ਤੇ ਇੱਕ ਸੁਸਾਇਟੀ ਦੇ ਵਿੱਚ ਇੱਕ ਬੱਚੀ ਸੀ, ਘਰ ਦੀ ਮੁਲਾਜ਼ਮਤ ਸੀ, ਉਹਦੇ ਗਲੇ ਤੇ ਛੁਰੀ ਫੇਰ ਦਿੱਤੀ ਸੀਗੀ ਔਰ ਉਹ ਬੱਚੀ ਜ਼ਿੰਦਾ ਵਾ, ਮਰੀ ਨਹੀਂ ਸੀ। ਇਹਦੀ ਅਸਲ ਕਹਾਣੀ ਕੀ ਸੀ ਸਾਰੀ ਤੁਸੀਂ ਸੁਣ ਲਈ ਕਿ ਬੱਚੀਆਂ ਆਪਸ ਦੇ ਵਿੱਚ ਲੜੀਆਂ ਔਰ ਆਪਸ ਦੀ ਲੜਾਈ ਦੀ ਵਜ੍ਹਾ ਤੋਂ ਹੀ ਉਹਨੇ ਇੱਕ ਦੂਸਰੀ ਬੱਚੀ ਦੇ ਜ਼ਖਮੀ ਕਰ ਦਿੱਤਾ ਸੀ। ਜ਼ਖਮੀ ਤੋਂ ਬਾਅਦ ਮਾਲਕ ਤੇ ਇਲਜ਼ਾਮ ਸੀ, ਲੇਕਿਨ ਮਾਲਕ ਨੇ ਬਿਲਕੁਲ ਵੀ ਉਸ ਬੱਚੀ ਨੂੰ ਕੁਝ ਨਹੀਂ ਸੀ ਕਿਹਾ। ਅੱਜ ਦੇ ਇਸ ਤਰ੍ਹਾਂ ਦੀ ਵੀਡੀਓ ਬਣਾਉਣ ਦਾ ਮਕਸਦ ਇਹ ਵਾ ਕਿ ਜਿਹੜੇ ਘਰ ਦੇ ਵਿੱਚ ਛੋਟੇ ਛੋਟੇ ਬੱਚੇ ਆ, ਇਹਨਾਂ ਕੋਲੋਂ ਤੁਸੀਂ ਹਥਿਆਰ ਦੂਰ ਰੱਖੋ, ਕੋਈ ਇਹੋ ਜਿਹੀਆਂ ਚੀਜ਼ਾਂ ਦੂਰ ਰੱਖੋ। ਇਹ ਨਾ ਹੋਵੇ ਆਪਣੀ ਥੋੜੀ ਲੜਾਈਆਂ ਦੇ ਵਿੱਚ ਇੱਕ ਦੂਸਰੇ ਦੀ ਜਾਨ ਨਾ ਲੈ ਲੈਣ।